हाँ जी बेटा, ਇਹ ਆਪਣਾ ਅੱਜ 8 ਅਕਤੂਬਰ ਦਾ ਜਿਹੜਾ ਹੈਗਾ ਦਿਨ ਵੀਰਵਾਰ ਦਾ ਲੈਕਚਰ ਹੈਗਾ। ਆਪਾਂ ਕੱਲ ਜਿਹੜੀ ਹੈ ਐਗਜ਼ਾਮਪਲ ਨੰਬਰ 2 ਸ਼ੁਰੂ ਕੀਤੀ ਹੋਈ ਸੀਗੀ। ਐਗਜ਼ਾਮਪਲ ਨੰਬਰ 2 ਦੇ ਵਿੱਚ ਆਰ ਤੇ ਐਸ ਆਪਾਂ ਨੂੰ ਦੋ ਰਿਲੇਸ਼ਨਸ ਗਿਵਨ ਸੀਗੇ ਔਨ ਦਾ ਸੈਟ A 1 2 3 4। ਕਲੀਅਰ। ਆਰ ਰਿਲੇਸ਼ਨ ਕਦੋਂ ਬਣਦਾ ਹੈ? ਉਹਨਾਂ ਦੋ ਐਲੀਮੈਂਟਸ ਦੇ ਜਿਹੜੇ ਹੈ ਉਹ ਦੋ ਐਲੀਮੈਂਟਸ ਰਿਲੇਸ਼ਨ 'ਚ ਹੋਣਗੇ ਜਦੋਂ ਇਹਨਾਂ ਦੋਨਾਂ ਦਾ ਡਿਫਰੈਂਸ ਦਾ ਮੋਡਲੋ ਇਕੁਅਲ ਟੂ 1 ਹੋਏਗਾ। ਠੀਕ ਹੈ, ਇਹਨਾਂ ਦਾ ਡਿਫਰੈਂਸ ਕੀ ਹੋਵੇ? 1 ਹੋਵੇ। ਸਾਈਨ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਕਲੀਅਰ। ਤੇ ਸੈਕਿੰਡ ਜੋ ਹੈਗੀ ਦੈਟ ਇਜ਼ ਦਾ ਐਸ ਦੇ ਵਿੱਚ ਉਹ ਐਲੀਮੈਂਟਸ ਹੋਣਗੇ ਏ ਦੇ ਜਿਨ੍ਹਾਂ ਦਾ ਜਦੋਂ ਆਪਾਂ ਡਿਫਰੈਂਸ ਕਰਦੇ ਹਾਂ ਤਾਂ ਆਪਣੇ ਕੋਲੇ ਵੈਲਿਊ ਕੀ ਆ ਜੇ? ਈਵਨ ਆ ਜੇ। ਕਲੀਅਰ। ਤਾਂ ਆਪਾਂ ਨੇ ਕੀ ਕੀਤਾ ਸੀਗਾ ਫਸਟ ਪਾਰਟ ਦੇ ਵਿੱਚ ਆਰ ਦੇ ਉਹ ਸਾਰੇ ਐਲੀਮੈਂਟਸ ਲਿਖ ਲਏ। ਦੇਖੋ 1 2 2 1 2 3 3 2 ਜਿਨ੍ਹਾਂ ਦਾ ਡਿਫਰੈਂਸ ਕਰਨ ਤੇ ਆਪਣੇ ਕੋਲੇ ਵੈਲਿਊ ਕੀ ਆ ਜਾਂਦੀ ਹੈ? 1 ਆ ਜਾਂਦੀ ਹੈ। ਤੇ ਐਸ ਦੇ ਆਪਾਂ ਨੇ ਐਸ ਰਿਲੇਸ਼ਨ ਦੇ ਸਾਰੇ ਐਲੀਮੈਂਟਸ ਲਿਖ ਲਏ ਜਿਨ੍ਹਾਂ ਦਾ ਡਿਫਰੈਂਸ ਕਰਨ ਤੇ ਦੇਖੋ ਵੈਲਿਊ ਕੀ ਆ ਜਾਏ ਆਪਣੇ ਕੋਲੇ? ਈਵਨ ਆ ਜਾਏ। 1 3 ਜਦੋਂ ਇਹਨਾਂ ਨੂੰ ਸਬਟਰੈਕਟ ਕਰਾਂਗੇ ਤਾਂ ਵੈਲਿਊ 2 ਆ ਜਾਏਗੀ ਆਪਣੇ ਕੋਲੇ। 2 ਇਜ਼ ਦਾ ਈਵਨ ਮੀਨਸ ਇਹ ਚਾਹੇ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਟ 2 ਇਜ਼ ਈਵਨ। 1 3 3 1 2 4 4 2। ਆਲਸੋ 0 ਇਜ਼ ਈਵਨ ਨੰਬਰ। ਸੋ ਜਦੋਂ ਆਪਾਂ ਹਰ ਨੰਬਰ ਨੂੰ ਆਪਣੇ ਆਪ ਚੋਂ ਮਾਈਨਸ ਕਰਾਂਗੇ ਤਾਂ ਵੈਲਿਊ ਆਪਣੇ ਕੋਲੇ ਕੀ ਆ ਜਾਏਗੀ? 0 ਆ ਜਾਏਗੀ। 1 1 2 2 3 3 4 4। ਓਕੇ, ਇਹ ਆਰ ਤੇ ਐਸ ਦੇ ਆਪਾਂ ਨੇ ਕੱਢ ਲਏ ਸੀ। ਉਸ ਤੋਂ ਬਾਅਦ ਇਹਨਾਂ ਦੀਆਂ ਮੈਟ੍ਰਿਸਿਸ ਬਣਾਉਣੀਆਂ ਸੀਗੀਆਂ, ਇਹ ਤੁਹਾਨੂੰ ਪਹਿਲਾਂ ਸਿਖਾਈਆਂ ਹੋਈਆਂ ਹੈਗੀਆਂ। ਉਸੇ ਤਰ੍ਹਾਂ ਆਪਾਂ ਨੇ ਬਣਾਈਆਂ। ਸੈਕਿੰਡ ਪਾਰਟ ਜਿਹੜਾ ਸੀਗਾ, ਸੈਕਿੰਡ ਪਾਰਟ ਆਪਾਂ ਕਰ ਰਹੇ ਸੀ ਮੇਨ ਜਿਹੜਾ ਸੀਗਾ ਕਿ ਡਰਾ ਡਾਇਗ੍ਰਾਫ ਆਫ ਆਰ ਐਂਡ ਐਸ। ਆਰ ਤੇ ਐਸ ਦੀ ਆਪਾਂ ਨੇ ਕੀ ਕਰਨੀ ਸੀ? ਡਾਇਗ੍ਰਾਫ ਬਣਾਉਣੀ ਹੈ। ਡਾਇਗ੍ਰਾਫ ਤੁਹਾਨੂੰ ਮੈंने ਦੱਸਿਆ ਸੀਗਾ ਐਰੋਜ਼ ਲਗਾ ਕੇ ਜਿਹੜੀ ਹੁੰਦੀ ਹੈ ਉਹ ਆਪਾਂ ਡਾਇਗ੍ਰਾਫ ਬਣਾਉਣੇ ਆ। ਪੁਆਇੰਟਸ ਤੁਸੀਂ ਕਿਤੇ ਮਰਜ਼ੀ ਲੈ ਸਕਦੇ ਹੋ। ਠੀਕ ਹੈ, ਇਹਦੇ ਵਿੱਚ ਕੀ ਦੇਖੋ ਜਦੋਂ ਆਪਾਂ ਡਾਇਗ੍ਰਾਫ ਆਫ ਆਰ, ਜਦੋਂ ਆਰ ਦਾ ਡਾਇਗ੍ਰਾਫ ਬਣਾ ਰਹੇ ਹਾਂ ਤਾਂ ਆਰ ਦੇ ਵਿੱਚ ਰਿਲੇਸ਼ਨ ਵਿੱਚ ਜਿਹੜੇ ਐਲੀਮੈਂਟਸ ਆ ਉਹ ਦੇਖਣੇ, ਜਿਵੇਂ 1 ਦਾ 2 ਨਾਲ ਰਿਲੇਸ਼ਨ, 2 ਦਾ 1 ਨਾਲ ਰਿਲੇਸ਼ਨ। ਆਪਾਂ ਨੇ ਕੀਤਾ 1 ਤੇ 2 ਦੋ ਐਲੀਮੈਂਟਸ ਲਏ। ਠੀਕ ਹੈ, ਕਿਉਂਕਿ 1 ਦਾ 2 ਨਾਲ ਵੀ ਹੈ ਤੇ 2 ਦਾ 1 ਨਾਲ ਵੀ ਹੈ, ਦੋਨੋਂ ਤਰਫ ਆਪਾਂ ਨੇ ਐਰੋਜ਼ ਪਾ ਦਿੱਤੇ। ਕਲੀਅਰ ਬੇਟਾ। ਉਸ ਤੋਂ ਬਾਅਦ 2 ਦਾ 3 ਨਾਲ ਰਿਲੇਸ਼ਨ, 3 ਦਾ 2 ਨਾਲ ਰਿਲੇਸ਼ਨ। 3 ਇੱਧਰ ਲਿਖ ਦਿੱਤਾ ਆਪਾਂ ਨੇ, 2 ਤੇ 3 ਦਾ ਆਪਸ ਰਿਲੇਸ਼ਨ ਹੈ, ਦੋਨੋਂ ਪਾਸੇ ਐਰੋਜ਼ ਪਾ ਦਿੱਤੇ। ਸਿਮਿਲਰਲੀ 3 ਤੇ 4 ਦਾ ਰਿਲੇਸ਼ਨ ਹੈ ਤੇ 4 ਤੇ 3 ਦਾ ਰਿਲੇਸ਼ਨ ਹੈ, ਦੋਨੋਂ ਤਰਫ ਹੀ ਆਪਾਂ ਨੇ ਐਰੋ ਪਾ ਦਿੱਤੇ। ਦੋਨੋਂ ਤਰਫ ਐਰੋ ਪਾਉਣ ਦਾ ਮਤਲਬ ਹੈ ਕਿ 3 ਦਾ ਵੀ 4 ਨਾਲ ਰਿਲੇਸ਼ਨ ਹੈ ਤੇ 4 ਦਾ ਵੀ 3 ਨਾਲ ਰਿਲੇਸ਼ਨ ਹੈ। ਕਲੀਅਰ। ਜੇ ਆਪਾਂ ਇੱਕ ਪਾਸੇ ਐਰੋ ਪਾਉਂਦੇ, ਸਪੋਜ਼ ਆਪਾਂ ਇੱਧਰ ਐਰੋ ਨਹੀਂ ਪਾਉਂਦੇ ਸੀ, ਸਿਰਫ ਇੱਥੇ ਹੀ ਪਾਉਂਦੇ, ਤਾਂ ਮੀਨਸ 3 ਦਾ 4 ਨਾਲ ਰਿਲੇਸ਼ਨ। ਕਲੀਅਰ। ਇਹ ਇਸ ਤਰ੍ਹਾਂ ਆਪਾਂ ਨੇ ਕੀ ਕਰਨਾ ਹੈ? ਡਾਇਗ੍ਰਾਫ ਬਣਾਉਣਾ ਹੈ। ਥਰਡ ਪਾਰਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ? using matrices of R and S find the relation RS। ਇਹ ਈਜ਼ੀ ਹੈਗਾ। ਠੀਕ ਹੈ, ਆਰ ਮੈਟ੍ਰਿਕਸ ਆਪਾਂ ਨੇ ਕੱਢੀ ਹੋਈ ਹੈਗੀ, ਐਸ ਮੈਟ੍ਰਿਕਸ ਕੱਢੀ ਹੋਈ ਹੈ, ਇਹਨਾਂ ਨੂੰ ਐਮ ਤੇ ਐਨ ਨਾਮ ਦਿੱਤਾ ਹੋਇਆ ਹੈਗਾ ਤੇ ਆਰ ਐਸ ਰਿਲੇਸ਼ਨ ਪਤਾ ਕਰਨਾ ਹੈਗਾ। ਆਰ ਐਸ ਕੱਢਣ ਵਾਸਤੇ ਪਹਿਲਾਂ ਤੁਸੀਂ ਕਰੋਗੇ ਦੋਨੋਂ ਮੈਟ੍ਰਿਸਿਸ ਨੂੰ ਆਪਸ 'ਚ ਮਲਟੀਪਲਾਈ ਕਰ ਲਓਗੇ। ਕਲੀਅਰ ਬੇਟਾ। ਇਹਨਾਂ ਨੂੰ ਆਪਾਂ ਕੀ ਕਰ ਦਾਂਗੇ? ਥਰਡ ਪਾਰਟ ਦੇ ਵਿੱਚ ਮਲਟੀਪਲਾਈ ਕਰ ਦੇਵਾਂਗੇ। ਕਲੀਅਰ। ਇਹਨਾਂ ਨੂੰ ਮਲਟੀਪਲਾਈ ਕਰ ਦਿਓ ਤੁਸੀਂ ਆਪਸ ਦੇ ਵਿੱਚ ਐਮ ਤੇ ਐਨ ਨੂੰ, ਤਾਂ ਤੁਹਾਡੇ ਕੋਲੇ ਆਹ ਵਾਲੀ ਮੈਟ੍ਰਿਕਸ ਜਿਹੜੀ ਹੈ ਉਹ ਬਣ ਜਾਏਗੀ, ਵਿਚ ਇਜ਼ ਦਾ ਮੈਟ੍ਰਿਕਸ ਆਫ ਆਰ ਐਸ। ਉਸ ਤੋਂ ਬਾਅਦ ਤੁਸੀਂ ਆਰ ਐਸ ਰਿਲੇਸ਼ਨ ਦੇ ਐਲੀਮੈਂਟਸ ਲਿਖਣੇ ਆ। ਐਲੀਮੈਂਟਸ ਜਦੋਂ ਲਿਖਣੇ ਆ ਉਹ ਤਰੀਕਾ ਉਹੀ ਹੈ ਤੁਹਾਡਾ ਜਿਵੇਂ ਮੈਟ੍ਰਿਕਸ ਬਣਾਈ ਸੀ। ਇੱਥੇ ਉੱਪਰ ਪਹਿਲਾਂ 1 2 3 4 ਲਿਖ ਲਓ, ਫਿਰ ਸਾਈਡ ਤੇ 1 2 3 4 ਲਿਖ ਲਓ। ਜਿੱਥੇ ਜਿੱਥੇ 1 ਹੈ ਉਹ ਕੀ ਹੈ? ਉਹਨਾਂ ਦਾ ਆਪਸ 'ਚ ਰਿਲੇਸ਼ਨ ਹੈ। ਜਿਵੇਂ ਆ 1 ਪਿਆ ਤਾਂ ਮੀਨਸ 1 ਦਾ 2 ਨਾਲ ਰਿਲੇਸ਼ਨ ਹੈ, 1 ਦਾ 4 ਨਾਲ ਰਿਲੇਸ਼ਨ ਹੈਗਾ, 2 ਦਾ ਵੀ 1 ਨਾਲ ਰਿਲੇਸ਼ਨ ਹੈਗਾ, 2 ਦਾ 3 ਨਾਲ ਰਿਲੇਸ਼ਨ ਹੈ। ਜਿੱਥੇ ਜਿੱਥੇ 1 ਹੈ ਉਹ ਐਲੀਮੈਂਟਸ ਆਪਸ 'ਚ ਕੀ ਬਣਾਉਂਦੇ ਆ? ਰਿਲੇਸ਼ਨ ਬਣਾਉਂਦੇ ਆ। ਆ ਸਾਰੇ ਐਲੀਮੈਂਟਸ ਉੱਥੇ ਆਪਾਂ ਨੇ ਲਿਖ ਦਿੱਤੇ। ਕਲੀਅਰ ਬੇਟਾ। ਇੱਕ ਸੱਚ ਬੇਟਾ ਆਹ ਵੀ ਉੱਪਰ ਬਣਾਉਣੀ ਸੀਗੀ ਡਾਇਗ੍ਰਾਫ ਆਫ ਐਸ। ਐਸ ਦਾ ਵੀ ਡਾਇਗ੍ਰਾਫ ਬਣਾਉਣਾ ਸੀਗਾ ਆਪਾਂ ਨੇ। ਆਰ ਦਾ ਤਾਂ ਇੱਧਰ ਬਣਾ ਦਿੱਤਾ ਸੀਗਾ। ਐਸ ਦਾ ਡਾਇਗ੍ਰਾਫ ਕਿਸ ਤਰ੍ਹਾਂ ਬਣੇਗਾ? ਦੇਖੋ ਇਸ ਰਿਲੇਸ਼ਨ ਦੇ ਵਿੱਚ ਜੋ ਐਲੀਮੈਂਟਸ ਹੈ ਉਹਨਾਂ ਨੂੰ ਧਿਆਨ ਨਾਲ ਦੇਖਣਾ ਤੁਸੀਂ। ਜਿਵੇਂ ਕਿ ਇਹਦੇ ਵਿੱਚ ਐਲੀਮੈਂਟ ਹੈ 1 3 3 1। ਕਲੀਅਰ। 1 3 ਯਾਨੀ ਕਿ 1 ਦਾ 3 ਨਾਲ ਰਿਲੇਸ਼ਨ ਹੈ,
ਆਪਾਂ ने उस तरह की किया चारों एलीमेंट्स लिख ले 1 2 3 4 लिख ले। उस तो बाद 1 का 3 नाल रिलेशन है 3 का 1 नाल रिलेशन है तो आप दोनों को ज्वाइन करके एरो दोनों तरफ पा दिता गा। क्लीयर बेटा? ये वीडियो बंद क्यों? क्लीयर बेटा? आपने की किया गा दोनों को ज्वाइन कर दिता गा, दोनों को ज्वाइन करके एरो दोनों तरफ क्योंकि 1 का 3 नाल भी है तो 3 का 1 नाल भी रिलेशन है। उस तो बाद सैकेंड है 2 का 4 नाल रिलेशन 4 का 2 नाल रिलेशन। हुण 2 का जिहड़ा है 4 नाल भी रिलेशन है तो 4 का 2 नाल भी रिलेशन है तो दोनों ज्वाइन करके आपने जिहड़ा है एरो आह पा दिता गा। ओके। उस तो बाद अपने कोले अगला है 1 का 1 नाल रिलेशन 2 का 2 नाल रिलेशन 3 का 3 नाल 4 का 4 नाल। जाने कि जदों इन्हां दा की है अपने आप दे नाल रिलेशन है तो तुहानूं दस्सिया सीगा एक लूप का जिहड़ा आह सर्कल है ये बना लेना है। ठीक है, एक लूप जिमें कि जिहड़ा कि आके अपने उस नंबर ते ही खत्म हो जाएगा। मीनस 1 का 1 नाल रिलेशन है 2 का 2 नाल रिलेशन है 3 का 3 नाल रिलेशन है 4 का 4 नाल रिलेशन। क्लीयर बेटा? इस तरह अपने जिहड़ा डायग्राफ ऑफ एस बनाना है। आ वाली लाइन्स की जरूरत नहीं हैगी, आप सिर्फ 1 2 3 4 लेना जिथे एरो डायग्राफ दे विच जिहड़ियां लाइन्स ते एरोज पाए हुए ना उही लाइन्स मीनिंगफुल अपनी। क्लीयर? उस तो बाद थर्ड पार्ट अपना हो गया फोर्थ पार्ट। फोर्थ पार्ट दे विच की सीगा कि शो दैट आर स्केयर इज इक्वल टू एस स्केयर। आर स्केयर इक्वल टू एस स्केयर करना उमें ही है जिमें आप उपर एम एन कढ़िया सीगा। आर स्केयर कढ़न वास्ते अपनी जी एम मैट्रिक्स है उन्होंने अपने आप दे नाल ही मल्टीप्लाई कर देंगे। एम नू एम नाल मल्टीप्लाई करांगे तो एम स्केयर अपने को आ जाएगा। इन्हों दोनों को मल्टीप्लाई तुहानूं करनी आउंदी है बेटा, मैट्रिसिस की वो मैनूं दस्सण की लोड़ नहीं हैगी। ठीक है, मल्टीप्लाई तुसीं कर लियो तुहाडे कोल आ जाएगा। उस तो बाद आर स्केयर के रिलेशन के एलीमेंट्स लिखने हैं ये बिल्कुल उवें जिवें उपर आपाने लिखे 1 2 3 4 लिख लो, इधर भी 1 2 3 4 लिखा तो जिथे जिथे तुहाडा 1 पिएगा वो एलीमेंट्स आपस च की है रिलेशन बना रहे हैं। क्लीयर? सिमिलरली एन स्केयर करके तुसी एस स्केयर के एलीमेंट्स भी कढोगे तो उस वक्त जो तुसी देखोगे कंपैरिजन करके तो दोनों के सेम एलीमेंट्स बन रहे हैं। सेम एलीमेंट्स बन रहे मीनस दोनों की है इक्वल है। क्लीयर बेटा? यही सीगी अपनी एग्जाम्पल नंबर 2। नैक्सट जो है एग्जाम्पल नंबर 3 अपने को जिमें कि ए इज इक्वल टू 0 1 2 3 सैट गिवन है। फाइंड इक्विवेलेंस क्लासेस ऑफ इक्विवेलेंस रिलेशन। हुण आपाने इत्थे की कढ़ना है ए सैट आपां नूं गिवन है आपाने इक्विवेलेंस क्लास पता करनी है ऑफ इक्विवेलेंस रिलेशन जिहड़ा हैगा आर जो है रिलेशन आपां नूं गिवन आर दे जिन्ने भी एलीमेंट्स ये सारे की है मिल के इक्विवेलेंस रिलेशन बना रहे हैगे। क्लीयर? इक्विवेलेंस रिलेशन की हुंदा जिहड़ा रिफ्लैक्सिव सिमेट्रिक ते ट्रांजिटिव तीनों प्रॉपर्टीज़ नूं होल्ड करदा है। तो आपाने इन्हां दी इक्विवेलेंस क्लास है जिहड़ी ए दे एलीमेंट्स उन्हां दी इक्विवेलेंस क्लास पता करनी हैगी सब तो पहले स्टैप च। दूसरे स्टैप च ड्रा डायग्राफ ऑफ आर दा डायग्राफ बनाना आपाने एंड राइट डाउन पार्टीशन ऑफ ए इंड्यूस्ड बाय आर। इहदा कोई मीनिंग नहीं हैगा। आपां आह दो चीज़ां करनी है बेटा कि आर जिहड़ा है जिहड़ा आर हैगा इहदा आपां की करांगे पहला इक्विवेलेंस क्लासेस पता करांगे। इक्विवेलेंस क्लास की डेफिनेशन आपां पिछे करके आए सीगे कि ए मतलब हर एलीमेंट की क्लास चो उही एलीमेंट्स उही पॉइंट अपने को आउणगे जिहड़े कि उहदे नाल रिलेशन बना रहे हैगे। जिन्हां दा आपस च कोई रिलेशन नहीं वो उस बंदे की क्लास च नहीं होणगे। तो मीनस जे आप 0 लै रहे हैं सब तो पहला 0 की क्लास पता करनी है तो तुसी रिलेशन दे विच देखोगे कि 0 दा किहदे किहदे नाल रिलेशन है। हुण जे आपां इत्थे देखिए तो 0 दा 0 नाल रिलेशन है तो 0 दा 4 नाल रिलेशन है। होर किसी एलीमेंट नाल इहदा रिलेशन नहीं हैगा तो इहदे क्लास दे विच 0 ते 4 ये दोनों एलीमेंट्स चले जाएंगे। ओके, इस तरह आपां ने बनाना। फिर 1 की क्लास आ जाएगी। 1 की क्लास देखो 1 दा 1 नाल रिलेशन है 1 दा 3 नाल रिलेशन है होर किसी नाल रिलेशन नहीं हैगा तो इट मीनस यदि क्लास 1 ते 3 आ गया अपने को।
2 ਦੀ ਕਲਾਸ ਦੇਖੀ ਤਾਂ 2 ਦਾ ਸਿਰਫ 2 ਨਾਲ ਹੀ ਰਿਲੇਸ਼ਨ ਹੈ, ਹੋਰ ਕਿਸੇ ਨਾਲ ਰਿਲੇਸ਼ਨ ਨਹੀਂ, ਤਾਂ ਇਹਦੀ ਕਲਾਸ 'ਚ ਆਪਾਂ ਨੇ 2 ਲਿਖ ਦਿੱਤਾ। ਉਸ ਤੋਂ ਬਾਅਦ 3 ਦੀ ਕਲਾਸ ਹੈ 1 ਤੇ 3, ਸਿਰਫ ਇਹੀ ਦੋ ਹੈਗੇ, ਤਾਂ ਦੋ ਐਲੀਮੈਂਟਸ ਆ ਗਏ। 4 ਦਾ 0 ਨਾਲ ਰਿਲੇਸ਼ਨ ਹੈ ਤੇ 4 ਨਾਲ ਰਿਲੇਸ਼ਨ ਹੈ, ਮੀਨਸ 0 ਤੇ 4 ਇਹਦੀ ਕਲਾਸ। ਕਲੀਅਰ, ਈਜ਼ੀ ਸੀਗਾ। ਕਲਾਸ ਪਤਾ ਕਰਨੀ, ਤੁਹਾਨੂੰ ਜੋ ਵੀ ਰਿਲੇਸ਼ਨ ਦਿੱਤਾ ਉੱਥੋਂ ਤੁਸੀਂ ਕੱਢ ਸਕਦੇ ਹੋ। ਉਸ ਤੋਂ ਬਾਅਦ ਬੇਟਾ ਆਪਾਂ ਨੇ ਕੀ ਕਰਨਾ, ਇਹਦਾ ਡਾਇਗਰਾਫ ਬਣਾਉਣਾ ਹੈਗਾ। ਡਾਇਗਰਾਫ ਆਪਣਾ ਈਜ਼ੀ ਹੈ, ਤੁਹਾਨੂੰ ਪਿੱਛੇ ਵੀ ਮੈਂ ਦੱਸ ਚੁੱਕੀ ਕਿਵੇਂ ਬਣਾਉਣਾ ਹੈਗਾ। ਦੇਖੋ ਆਪਾਂ ਨੇ ਰਿਲੇਸ਼ਨ 'ਚੋਂ ਬਸ ਦੇਖਣਾ ਕਿਹੜੇ ਕਿਹੜੇ ਐਲੀਮੈਂਟਸ ਹੈ। 0 1 2 3 4 ਚਾਰ ਐਲੀਮੈਂਟਸ ਹੈ, ਚਾरों ਆਪਾਂ ਨੇ ਲਿਖ ਲਤੇ। 0 1 2 3 4 2 ਇਹਨਾਂ ਨੇ ਸੈਂਟਰ 'ਚ ਲਿਖ ਦਿੱਤਾ, ਕਿਉਂਕਿ 2 ਦਾ ਸਿਰਫ ਆਪਣੇ ਆਪ ਦੇ ਨਾਲ ਹੀ ਰਿਲੇਸ਼ਨ ਹੈ, ਕਿਸੇ ਹੋਰ ਨਾਲ ਤਾਂ ਰਿਲੇਸ਼ਨ ਬਣਾ ਹੀ ਨਹੀਂ ਰਿਹਾ ਹੈ। 0 ਤੇ 4 ਦਾ ਰਿਲੇਸ਼ਨ ਹੈ, 4 ਤੇ 0 ਦਾ ਰਿਲੇਸ਼ਨ ਹੈਗਾ। ਕਲੀਅਰ, ਤਾਂ ਮੀਨਸ ਇਹ ਇਕੱਠੇ ਕਰ ਦਿੱਤੇ ਇਹਨਾਂ ਦੀ ਲਾਈਨਸ, ਤੇ 0 ਦਾ 0 ਨਾਲ ਵੀ ਰਿਲੇਸ਼ਨ ਹੈ, 4 ਦਾ 4 ਨਾਲ ਵੀ ਰਿਲੇਸ਼ਨ, ਆਪਾਂ ਨੂੰ ਇਹ ਚੀਜ਼ ਵੀ ਗਿਵਨ ਹੈਗੀ। ਸਿਮਿਲਰਲੀ 1 ਦਾ 3 ਨਾਲ ਰਿਲੇਸ਼ਨ ਹੈ, 3 ਦਾ 1 ਨਾਲ ਰਿਲੇਸ਼ਨ ਹੈ, ਤੇ ਇਹਨਾਂ ਦਾ ਆਪਣੇ ਆਪ ਦੇ ਨਾਲ ਵੀ ਰਿਲੇਸ਼ਨ ਹੈ, ਤੇ ਇਹ ਚੀਜ਼ ਆਪਣੇ ਕੋਲ ਆ ਗਈ। ਉਸ ਤੋਂ ਬਾਅਦ ਹੈਗਾ ਪਾਰਟੀਸ਼ਨ ਆਫ ਏ ਇੰਡਿਊਸਡ ਬਾਈ ਆਰ ਇਜ਼। ਪਾਰਟੀਸ਼ਨ ਦੇ ਵਿੱਚ ਤੁਸੀਂ ਇਹ ਦੇਖਣਾ ਹੈਗਾ ਕਿ ਕਿੰਨਾ ਦਾ ਰਿਲੇਸ਼ਨ ਹੈਗਾ ਆਪਸ, ਜਿਵੇਂ 0 ਤੇ 4 ਦਾ, ਜਿਵੇਂ ਆ ਪਾਰਟੀਸ਼ਨ ਕਰ ਦਿੱਤੀ ਨਾ ਆਪਾਂ ਨੇ ਇੱਕ ਵਾਰੀ, ਤਾਂ ਮੀਨਸ ਪਾਰਟੀਸ਼ਨ ਹੈ ਇਹਦੇ ਵਿੱਚ 0 ਦਾ 4 ਨਾਲ ਰਿਲੇਸ਼ਨ ਹੈ, 1 ਦਾ 3 ਨਾਲ, ਤੇ 2 ਇਹਦੇ ਵਿੱਚ ਆ ਜਾਣਗੇ ਪਾਰਟੀਸ਼ਨ ਦੇ ਐਲੀਮੈਂਟਸ। ਉਸ ਤੋਂ ਬਾਅਦ ਬੇਟਾ ਆਹ ਤੁਸੀਂ ਦੇਖਣੀ ਹੈ ਧਿਆਨ ਨਾਲ, ਹਾਸੇ ਡਾਇਗਰਾਮ ਹੈ ਇਹ, ਜਿਹਦੇ ਵਿੱਚ ਤੁਹਾਨੂੰ ਇੱਕ B ਸੈੱਟ ਗਿਵਨ ਹੈਗਾ, ਜਿਸ 'ਚ ਐਲੀਮੈਂਟਸ ਹੈਗਾ 2 4 6 12 36 48 ਐਂਡ S B ਐਨੀ ਰਿਲੇਸ਼ਨ। S ਆਪਾਂ ਨੂੰ ਕੋਈ ਵੀ ਇੱਕ ਰਿਲੇਸ਼ਨ ਦਿੱਤਾ ਹੈ ਔਨ ਡਿਵਾਈਡ ਔਨ B, ਮੀਨਸ S ਰਿਲੇਸ਼ਨ ਦੇ ਵਿੱਚ ਉਹ ਐਲੀਮੈਂਟਸ ਹੋਣਗੇ ਜਿਹੜੇ ਕੀ ਹੈਗੇ ਜਿਨ੍ਹਾਂ ਦਾ ਡਿਵੀਜ਼ਨ ਦਾ ਰਿਲੇਸ਼ਨ ਆਪਸ ਦੇ ਵਿੱਚ। ਤਾਂ ਇਹਦੀ ਆਪਾਂ ਨੇ ਜਿਹੜੇ ਵੀ ਇਹਦੇ ਵਿੱਚ ਐਲੀਮੈਂਟਸ ਹੋਣਗੇ ਉਹਦੀ ਹਾਸੇ ਡਾਇਗਰਾਮ ਬਣਾਉਣੀ। ਕਲੀਅਰ, ਇਹਦਾ ਬੇਟਾ ਸਭ ਤੋਂ ਈਜ਼ੀ ਵੇ ਤਾਂ ਇਹੀ ਹੈ ਕਿ ਪਹਿਲਾਂ ਤੁਸੀਂ ਕੀ ਕਰਨਾ ਹੈਗਾ, ਸਾਰੇ ਐਲੀਮੈਂਟਸ ਲਿਖ ਲਓ ਜਿਨ੍ਹਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਹੈ। ਇੱਥੇ ਲਿਖਿਆ ਨਹੀਂ ਹੋਇਆ ਹੈਗਾ ਕਿ ਐਸ ਰਿਲੇਸ਼ਨ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਜਿਹੜੇ ਹੋਣਗੇ ਉਹ ਸਾਰੇ ਤੁਸੀਂ ਲਿਖ ਲਓ ਕਿੰਨਾ ਦਾ ਆਪਸ ਦੇ ਵਿੱਚ ਰਿਲੇਸ਼ਨ ਹੈ, ਫਿਰ ਤੁਹਾਨੂੰ ਡਾਇਗਰਾਮ ਬਣਾਉਣੀ ਜਿਹੜੀ ਉਹ ਸੌਖੀ ਹੋ ਜਾਏਗੀ। ਠੀਕ ਹੈ, ਹੁਣ ਇਹ ਕਿਵੇਂ ਪਤਾ ਚੱਲੇਗਾ, ਪਹਿਲਾਂ ਤਾਂ ਤੁਸੀਂ ਜਿਵੇਂ 2 ਦੇਖ ਲਓ ਕਿ 2 ਦਾ ਰਿਲੇਸ਼ਨ ਬਾਕੀ ਐਲੀਮੈਂਟਸ ਨਾਲ ਕਦੋਂ ਹੋਏਗਾ, ਜਦੋਂ 2 ਉਹਨਾਂ ਨੂੰ ਡਿਵਾਈਡ ਕਰੇਗਾ, ਹੈ ਨਾ। ਤਾਂ ਮੀਨਸ ਐਸ ਦੇ ਵਿੱਚ ਪਹਿਲਾਂ ਜਦੋਂ 2 ਨਾਲ ਦੇਖੋ 2 3 ਨੂੰ ਡਿਵਾਈਡ ਕਰਦਾ, ਨੋ, ਆਪਾਂ ਨੂੰ ਪਤਾ ਨਹੀਂ ਕਰਦਾ ਹੈਗਾ, ਤਾਂ ਇਟ ਮੀਨਸ ਇਹਦਾ 2 ਦਾ 3 ਨਾਲ ਕੋਈ ਰਿਲੇਸ਼ਨ ਨਹੀਂ। 2 4 ਨੂੰ ਕਰਦਾ, 2 6 ਨੂੰ ਕਰਦਾ, 2 12 ਨੂੰ ਕਰਦਾ, 2 36 ਨੂੰ ਕਰਦਾ, 48 ਨੂੰ, ਮੀਨਸ ਬਾਕੀ ਸਾਰਿਆਂ ਨੂੰ 2 ਜਿਹੜਾ ਹੈਗਾ ਡਿਵਾਈਡ ਕਰਦਾ ਹੈਗਾ। ਤਾਂ ਇਟ ਮੀਨਸ 2 ਦਾ ਬਾਕੀ ਸਭ ਦੇ ਨਾਲ ਰਿਲੇਸ਼ਨ ਆ, ਮੈਨੇ ਇੱਧਰ ਸਾਈਡ ਤੇ ਲਿਖਿਆ, ਤੁਸੀਂ ਵੀ ਲਿਖ ਲੈਣਾ ਤਾਂ ਕਿ ਤੁਹਾਨੂੰ ਡਾਇਗਰਾਮ ਬਣਾਉਣੀ ਈਜ਼ੀ ਹੋ ਜੇ। 2 ਦਾ 4 ਨਾਲ ਵੀ ਰਿਲੇਸ਼ਨ ਹੈ, 2 ਦਾ 6 ਨਾਲ ਵੀ ਰਿਲੇਸ਼ਨ ਹੈਗਾ, 2 ਦਾ ਮਤਲਬ 8 12 ਨਾਲ, 36 48 ਸਭ ਦੇ ਨਾਲ ਰਿਲੇਸ਼ਨ ਹੈ। ਉਸ ਤੋਂ ਬਾਅਦ ਤੁਸੀਂ 3 ਲੈ ਲਓ, 3 ਦਾ ਕਿਹਦੇ ਨਾਲ ਰਿਲੇਸ਼ਨ ਹੈ, 3 ਦਾ 4 ਨਾਲ ਹੈ, ਨੋ, 3 4 ਨੂੰ ਡਿਵਾਈਡ ਨਹੀਂ ਕਰਦਾ ਹੈਗਾ, ਇਸ ਕਰਕੇ ਨਹੀਂ ਹੈਗਾ। 3 6 ਨੂੰ ਡਿਵਾਈਡ ਕਰਦਾ ਹੈਗਾ, ਇਸ ਕਰਕੇ 3 ਦਾ 6 ਨਾਲ ਵੀ ਰਿਲੇਸ਼ਨ ਹੈ, 12 ਨੂੰ ਵੀ ਕਰਦਾ, 36 ਨੂੰ ਵੀ ਕਰਦਾ, ਤੇ 48 ਨੂੰ ਵੀ ਕਰਦਾ। ਬਾਕੀ 3 ਸਭ ਨੂੰ ਡਿਵਾਈਡ ਕਰਦਾ ਹੈਗਾ, ਸਿਰਫ 4 ਤੇ 2 ਨੂੰ ਨਹੀਂ ਕਰਦਾ ਹੈਗਾ, ਕਿਉਂਕਿ 2 ਤਾਂ ਵੈਸੇ ਵੀ ਛੋਟਾ ਹੈਗਾ ਤੇ 4 ਨੂੰ ਇਹ ਕਰਦਾ ਨਹੀਂ ਹੈਗਾ। ਇਟ ਮੀਨਸ ਇਹਦਾ ਬਾਕੀ ਸਭ ਦੇ ਨਾਲ ਰਿਲੇਸ਼ਨ ਹੈ। 3 6 3 12 3 36 ਇਹ ਸਾਰੇ ਆਪਾਂ ਇੱਥੇ ਲਿਖ ਲਵਾਂਗੇ। ਉਸ ਤੋਂ ਬਾਅਦ ਤੁਸੀਂ ਚੈੱਕ ਕਰਨਾ 4 ਨੂੰ ਕਿ 4 ਕਿਹਨੂੰ ਡਿਵਾਈਡ ਕਰਦਾ ਹੈਗਾ। ਦੇਖੋ ਛੋਟਿਆਂ ਨੂੰ ਤਾਂ ਕਰੇਗਾ ਹੀ ਨਹੀਂ, ਓਬਵੀਅਸਲੀ ਉਹਨਾਂ ਨੂੰ ਤਾਂ ਛੱਡ ਹੀ ਦਿਓ। ਬੜੇ ਵਾਲਿਆਂ ਨਾਲ ਚੈੱਕ ਕਰ ਲਓ ਕਿ 4 6 ਨੂੰ ਕਰ ਰਿਹਾ, ਨੋ, ਤਾਂ 4 ਦਾ 6 ਨਾਲ ਰਿਲੇਸ਼ਨ ਨਹੀਂ ਹੈਗਾ। 4 12 ਨੂੰ ਕਰਦਾ, 36 ਨੂੰ ਕਰਦਾ, 48 ਨੂੰ ਕਰਦਾ, ਇਹਨਾਂ ਤਿੰਨਾਂ ਨੂੰ ਕਰਦਾ, ਤਾਂ ਆਪਾਂ ਨੇ ਤਿੰਨੋਂ ਇਹ ਜਿਹੜੇ ਹੈਗੇ ਆ ਇਹਦੇ ਵਿੱਚ ਪੇਅਰਸ ਲਿਖ ਲਏ। ਕਲੀਅਰ, ਉਸ ਤੋਂ ਬਾਅਦ 12 ਦਾ ਦੇਖ ਲਓ, 6 ਦਾ 6 ਕਿਹਨੂੰ ਕਰਦਾ, 6 ਵੀ ਤਿੰਨਾਂ ਨੂੰ ਡਿਵਾਈਡ ਕਰਦਾ, 12 ਨੂੰ, 36 48 ਤਿੰਨਾਂ ਨੂੰ ਡਿਵਾਈਡ ਕਰ ਰਿਹਾ। ਫਿਰ 12 ਦੇਖ ਲਓ, 12 36 ਨੂੰ ਵੀ ਕਰਦਾ ਤੇ 48 ਨੂੰ ਵੀ ਕਰਦਾ। ਓਕੇ, ਤੇ 36 48 ਨੂੰ ਡਿਵਾਈਡ ਨਹੀਂ ਕਰਦਾ, ਤਾਂ ਮੀਨਸ ਕੀ ਹੈ ਇਹ ਦੋਨੋਂ ਸੈਪਰੇਟ ਹੈ।
क्लीयर। इस तरह की करना तुसी पहला एस दे आह सारे जिहड़े एलीमेंट्स है जिन्हां दा आपस च रिलेशन है तुसी वो लिख लो, फिर तुहानूं डायग्राम बनाउणी जिहड़ी ईजी हो जाएगी। ठीक है बेटा, स्टार्ट कित्थों करांगे? ये डायग्राम जिहड़ी हुंदी आपां नीचे तो उपर की तरफ लेके जाने हैं। तो आपां ने की कीता है, सब तो पहला एलीमेंट जिहड़े हैगे बेसिक एलीमेंट 2 ਦਾ सब दे नाल रिलेशन है बट 3 ਦੇ नाल रिलेशन नहीं हैगा। तो 2 ਤੇ 3 ਆਪਾਂ ਕੀ ਕੀਤੇਗੇ ਇੱਕੋ ਹੀ ਲੈਵਲ ਤੇ ਰੱਖ ਲੇਗੇ क्योंकि सब तो छोटे एलीमेंट्स है। 2 इधर आ गया तो 3 ਆਪਾਂ ने इस तरफ लिख लेता। हुण ਆਪਾਂ ਨੂੰ पता है ਜਿਹੜਾ 2 है ਉਹ 4 ਨੂੰ डिवाइड कर रहे तो उपर ਆਪਾਂ ने ਇਹਦੇ 4 ले लिया तो जबकि 3 ਤੇ 4 ਦਾ आपस च भी कोई रिलेशन नहीं हैगा, इस करके इनू जॉइन करन दी लोड़ नहीं हैगी कि सिर्फ 2 ਨੂੰ 4 ਨਾਲ जॉइन कर दो। ਇਹਦੇ बराबर ही ਆਪਾਂ ने की कीता है 6 ले लिया। क्यों? क्योंकि 6 है जिहड़ा ਉਹ 3 ਨੂੰ 6 ਨੂੰ 3 भी डिवाइड कर रहा है तो 2 भी डिवाइड करता है, इनू ਆਪਾਂ ने जॉइन कर दिता है। ओके, 2 नाल भी कर दिता तो 3 नाल भी कर दिता क्योंकि 6 ਨੂੰ दोनों ही एलीमेंट्स 2 ਤੇ 3 ਜਿਹੜੇ ਹੈਗੇ ਇਹ डिवाइड कर रहे हैं बट 4 नहीं करता है, इस करके इनू आप जॉइन नहीं कर सकते, ये अलग हो जाएगा। उस तो बाद अपने को एलीमेंट आ जाता है 12 जिहड़ा है वो 4 ਤੇ भी डिवाइड हो रहा है 6 ਤੇ भी हो रहा है ना। तो 2 ਤੇ 3 नाल तो इन्हां दा हैगा ही हैगा, तो इस करके 12 ਨੂੰ ਆਪਾਂ इस रो ਦੇ ਵਿੱਚ ਰੱਖਿਆ ਗਾ ਤੇ 6 ਨੂੰ ਇਹਦੇ ਨਾਲ ਜਾ ਕੇ ਮਿਲਾ ਦਿੱਤਾ, ਇਧਰੋਂ 4 ਨੂੰ ਮਿਲਾ ਦਿੱਤਾ ਗਾ ਤਾਂ ਕਿ ਆਹ 3 ਤੇ 6 ਜਿਹੜੇ 12 ਨੂੰ डिवाइड करते हैं ਇਹ ਇਹਦੇ ਨਾਲ ਜਾ ਕੇ ਮਿਲ ਗਏ ਤੇ ਇਧਰੋਂ 2 ਤੇ 4 ਵੀ ਇਹਦੇ ਨਾਲ ਜਾ ਕੇ ਮਿਲ। ਉਸ ਤੋਂ ਬਾਅਦ ਐਲੀਮੈਂਟਸ ਆਪਣੇ ਕੋਲ ਆ ਗਏ 36 ਤੇ 48। ठीक है, हुण 36 ਤੇ 48 ਦਾ आपस च कोई रिलेशन नहीं हैगा क्योंकि एक दूजे ਨੂੰ डिवाइड नहीं करते, बट बाकी सारे ही एलीमेंट्स ਜਿਹੜੇ ਹੈਗੇ ਉਹ 36 ਨੂੰ भी डिवाइड करते हैं तो 48 ਨੂੰ भी डिवाइड करते हैं। तो इट मीनस पहला तो आप 36 इधर उपर लिख लेता है, इधर उपरली साइड लै गए 12 के उपर 36 मीनस आ सारे एलीमेंट नीचे वाले इनू डिवाइड कर रहे हैं तो 48 ਨੂੰ ਇਹਦੇ बराबर वाली साइड ਤੇ ਲੈ गए कि ਇਹਦੇ ਨਾਲ कोई रिलेशन नहीं हैगा, बट आह ਜਿਹੜੇ नीचे वाले सारे एलीमेंट्स है वो सारे ही इनू 48 ਨੂੰ डिवाइड। इस तरह ये ਜਿਹੜੇ डायग्राम्स है वो बननगे बेटे, इन्हां नूं ध्यान नाल देखना तुसीं। उस तो बाद अपनी जी आह 5th एग्जाम्पल है, 5th एग्जाम्पल दे विच भी आपां ने की करना है डायग्राफ बनाना है। आलसो यदि मैट्रिक्स आपने देनी है कि आपां नूं एक्स कोई सैट गिवन है, आर अपने को लेके रिलेशन है। आर रिलेशन कदों बनेगा? वैन फर्स्ट कंपोनेंट इज़ ग्रेटर दैन ऑफ सैकेंड कंपोनेंट। जो फर्स्ट कंपोनेंट दूसरे तो की होना चाहिए बड़ा होना चाहिए है तो अपने को रिलेशन बनेगा। तो उसी तरह मैंने तो क्या सी पहला रिलेशन के एलीमेंट्स लिख लिया करो, ईजी रहिंदा है। हुण आपां नूं पता 2 1 तो बड़ा है, 3 भी 1 तो बड़ा है, 3 2 तो भी बड़ा है, 4 जो तीनों तो ही बड़ा है, तीनों नाल रिलेशन होगा। ओके, उस तो बाद आपां ने जी आह डायग्राफ बना दी, तुहानूं पहला भी दस चुकी है किस तरह बनानी है, देख लियो बेटा, ईजी है, समझ आ जाएगी तुहानूं। उस तो बाद आपने की यदि मैट्रिक्स भी बनानी है, मैट्रिक्स भी तुहानूं बनानी दसी हुई है जिन्हां दा तुसीं की करना है 1 2 3 4 इस तरह लिख लेना है, इधर भी लिख लेना, जिन्हां दा आपस च रिलेशन हैगा वो तुसीं चैक कर लोगे, रिलेशन दे विचों उत्थे 1 लगा दोगे, बाकी जगह ते की है तुहाडा 0 आ जाएगा। ओके बेटा, उस तो बाद 6th एग्जाम्पल की है राइट आल पॉसिबल रिलेशनस फ्रॉम A इज इक्वल टू 0 टू B 1 2। ठीक है, इन्हां दे ये कहंदे कि सारे पॉसिबल रिलेशनस लिखने आपने कि किस तरह के रिलेशनस बन सकती है। A to B मीनस A क्रॉस B आपां इहदे विच लिखांगे 0 1 ते 0 2। N इज इक्वल टू की हो गया नंबर ऑफ एलीमेंट्स, ये विच हुण 2 है तो टोटल किन्ने रिलेशनस बन सकते हैं, ये 2 दी पावर 2 पिछे दसे सी ना 2 दी पावर 2 करके आप कढ़ सकते हैं। तो मीनस इन्हां च 4 तरह का रिलेशन हो सकता है। A क्रॉस B की वैल्यू की है, ये एलीमेंट्स है 0 1 पेयर वाइज आपने देखो लिखना ना, ये एक ही एलीमेंट है, ए बी दे 2 एलीमेंट्स है 1 ते 2। जो आप A क्रॉस B लिखते हैं ये कार्टीजन प्रोडक्ट तुहानूं दसी सीगी, कार्टीजन प्रोडक्ट की पेयर च एलीमेंट्स होंगे जिसका फर्स्ट कंपोनेंट सैट A का होएगा, सैकेंड कंपोनेंट सैट B का होएगा। तो 0 1 तो होर की लिख सकते सी 0 2, सिर्फ यही होएगी कार्टीजन प्रोडक्ट। कार्टीजन प्रोडक्ट दे विच की हुण अपने कोले 2 एलीमेंट्स है, नंबर ऑफ रिलेशनस आपने कढ़ ले कि 4 तरह के रिलेशन हो सकते। सब तो पहला रिलेशन 5, ठीक है,
सब तो पहला रिलेशन की होएगा 5 जिस च कोई भी एलीमेंट ना होवे। सैकेंड दे विच 1 हो सकदा है, थर्ड दे विच 2 दूसरा हो सकदा है, ते फोर्थ दे विच दोनों हो सकदे। यही चीज़ बेटा इत्थे हैगी। उस तो बाद तुहानूं एग्जाम्पल नंबर 7 है। 7 दे विच तुहानूं ग्राफ गिवन है, डायग्राफ जिहड़ा हैगा ओह गिवन है, ते तुसीं की पता करना हैगा, फाइंड ऑल पाथ्स ऑफ लेंथ 3। फाइंड ऑल पाथ्स ऑफ लेंथ 3 पता करने हैं, ठीक है। ये तो एक लास्ट डेफिनेशन मैंने पाथ ऑफ लेंथ दी दसी सी लास्ट लैक्चर दे विच। तां आपां ने की करना है, पाथ ऑफ लेंथ 3 वाले जिहड़े हैगे ओह पॉइंट जिहड़े हैगे कड्ढने हैगे, पाथ्स फाइंड आउट करने आ डायग्राम तुहानूं जिहड़ी हैगी है गिवन हैगी। क्लीयर। इस तरह देखो बेटा, इनू इस तरह तुसीं लिखोगे कि लेंथ ऑफ पाथ की हुंदा है, ये तुहानूं मैं दस्सिया सीगा नंबर ऑफ एजेस, जिन्नियां आह की है नंबर ऑफ एजेस 1 2 3, आह लेंथ ऑफ की है, ये तुहाडे कोले पाथ बन जाणगियां नंबर ऑफ एजेस 1 2 3। आपां यह चीज़ फाइंड आउट करांगे। उस तो बाद नंबर ऑफ एजेस इन द पाथ, द वेरीअस पाथ्स ऑफ लेंथ 3 आर गिवन, ठीक है। आप ये की करांगे, वर्टेक्स तो स्टार्ट करांगे, मतलब जेडे जेडे वर्टेक्स तो स्टार्ट हो रही हैं, तो उस पाथ ऑफ लेंथ 3 लिखांगे। हुण जिवें कि देखो, सब तो पहला वर्टेक्स आप ए तो ही शुरू कर देंगे, ईजी रहेगा अपने लिए। ए तो आपने जिवें शुरू किया गा 3 एजेस लैनी है। देखो पाथ का मतलब क्या है, नंबर ऑफ 3 एजेस, क्योंकि लेंथ आपको 3 गिवन है। ए टू सी गए आप, देखो एरो की डायरैक्शन दे विच जाना है आपने, ठीक है। एरो की जी डायरैक्शन है वो जावांगे आप ए टू सी, सी टू ई, ई टू एफ। ओके बेटा, समझ आ गया। ए टू सी, सी टू ई ते ई टू एफ। ओके, ये तुहाडा हुण देखो 3 एजेस कवर कर लिया, तो इट मीनस अपने को लेके यह एक जिहड़ा हैगा पाथ बन गया गा। उस तो बाद देखो हुण सी ते जिहड़ा सीगा ए टू सी, एक तो एरो इधर चला गया सी, एक इधर आ रहा है, ए टू सी, सी टू डी, है ना, सी टू डी जा रहा है अपने को, ते डी टू बी जा रही है। क्लीयर, समझ आया बेटा। यह कि अपने को तीसरा बन गया गा। उस तो बाद यह भी लेंथ ऑफ पाथ बन गया अपने को। एक होर अपने को किहड़ा बन रहा है ये, ए टू सी, सॉरी एक अपने को जिहड़ा हैगा आ भी चीज़ आ रही हैगी, इधर एरो जा रहा है ए टू बी, ए टू बी, बी टू एफ, एफ टू डी। क्लीयर बेटा। एरो की डायरैक्शन दे ए तो एक इधर एरो चला गया सी, एक इधरली साइड भी आ रहा है, दैट इज़ ए टू बी, बी टू एफ, एफ टू डी। इस तरह भी तुसी बना सकते होंगे, ठीक है। हुण मतलब यही है कि जिन्ने भी वर्टेक्स, जिहड़ा भी वर्टेक्स है उस तो तुसी जिधर जिधर एरो जा रहे हैं उस चीज़ से तुसी ध्यान रखना है। हुण जिवें कि उदों बाद आपां अगला वर्टेक्स लै लैने बी। जो आप बी वर्टेक्स लत्ता गा, हुण इहदे विच देखो आ एरो भी इधर आ रहा है, ये भी बी ते आ रहा है, ये बी ते बी है। हुण